गुड मॉर्निंग स्टूडेंट्स। अज आप करांगे कहानी पहली मैं किसी तो घट नहीं, जो कि दर्शन सिंह आस्ट की लिखी हुई है। तो इस कहानी दे विच जिहड़ा है इन्होंने एक पोलियो की शिकार हुई कुड़ी दे बारे दस्या है कि वह कुड़ी जिहड़ी है 11-12 साल की है, तो जो बड़ी लगन ते उत्साह नाल जिहड़ी है स्कूल जाती है तो कदे भी गैर हाज़र नहीं हुंदी। इस तो इलावा जिहड़ा है उन्होंने बारे दस्या है कि वह जिहड़ी कुड़ी है वह बड़ी दलेर है, जो क्लास के कमरे विच बड़े सप नूं काबू कर लैंदी है। तो जद कि होर सारे जिहड़े जमाती हैं वह डरदे कमरे तो बाहर निकल जाते हैं। उसकी बहादरी यह है कि वह अपंग है, पोलियो की शिकार है, जिस दियां लत्तां जिहड़ियां हन बचपन तो ही नकारा हैं, किसी कम दियां नहीं हैं, पर फिर भी जिहड़ी है वह कमरे विच बड़े हुए सप नूं काबू कर लैंदी है। तो ਉਹ ਸੱਪ ਨੂੰ ਜਦੋਂ ਮਾਰਨ ਦੀ ਗੱਲ ਕਰਦੇ ਹਨ ਬਾਕੀ ਲੋਕ, ਤਾਂ ਉਹ ਜਿਹੜਾ ਹੈ ਇਸ ਗੱਲ ਨੂੰ ਪਸੰਦ ਨਹੀਂ ਕਰਦੇ, ਕਿਉਂਕਿ ਉਹ ਜੀਵ ਜੰਤੂਆਂ ਨੂੰ ਕਾਫੀ ਪਿਆਰ ਕਰਦੀ ਹੈ। ਅਤੇ ਉਸ ਦੇ ਕਹਿਣ 'ਤੇ ਜਿਹੜਾ ਹੈ ਸੱਪ ਨੂੰ ਚਿੜੀਆ ਘਰ ਵਿੱਚ ਪਹੁੰਚਾ ਦਿੱਤਾ ਜਾਂਦਾ ਹੈ। ਤਾਂ ਕਹਾਣੀ ਦਾ ਸਾਰ ਦੇਖੋ। ਰਜਨੀ ਦੀ ਉਮਰ 11-12 ਸਾਲਾਂ ਦੀ ਸੀ। ਉਸ ਦੀਆਂ ਦੋਵੇਂ ਲੱਤਾਂ ਪੋਲੀਓ ਕਾਰਨ ਨਕਾਰਾ ਹੋ ਚੁੱਕੀਆਂ ਸਨ। ਨਕਾਰਾ ਦਾ ਅਰਥ ਹੈ ਕਿ ਕਿਸੇ ਵੀ ਕੰਮ ਦੀਆਂ ਜਿਹੜੀਆਂ ਨਹੀਂ ਸਨ, ਅਪਾਹਜ ਸਨ, ਮਤਲਬ ਉਹ ਆਪਣੀਆਂ ਲੱਤਾਂ ਤੋਂ ਨਹੀਂ ਚੱਲ ਸਕਦੀ ਸੀ, ਪਰੰਤੂ ਉਸ ਵਿੱਚ ਅੱਗੇ ਵਧਣ ਦਾ ਬਹੁਤ ਚਾਅ ਸੀ। ਉਹ ਪਿੰਡੋਂ ਟਰਾਈਸਾਈਕਲ ਉੱਤੇ 3 ਕਿਲੋਮੀਟਰ ਦੂਰ ਸ਼ਹਿਰ ਦੇ ਸਕੂਲ ਵਿੱਚ ਪੜ੍ਹਨ ਜਾਂਦੀ ਸੀ ਅਤੇ ਕਦੇ ਵੀ ਉਹ ਗੈਰ ਹਾਜ਼ਰ ਨਹੀਂ ਸੀ ਹੁੰਦੀ। ਯਾਨੀ ਕਿ ਉਹ ਭਾਵੇਂ ਅਪਾਹਜ ਸੀ, ਉਸ ਦੀਆਂ ਲੱਤਾਂ ਕਿਸੇ ਕੰਮ ਦੀਆਂ ਨਹੀਂ ਸਨ, ਪਰ ਫਿਰ ਵੀ ਜਿਹੜਾ ਹੈ ਉਹ ਸਕੂਲ ਤੋਂ ਕਦੇ ਵੀ ਗੈਰ ਹਾਜ਼ਰ ਨਹੀਂ ਸੀ ਹੁੰਦੀ। ਉਹ ਸ਼ਹਿਰ, ਆਪਣੇ ਪਿੰਡ ਤੋਂ ਸ਼ਹਿਰ ਵਿੱਚ ਜਿਹੜਾ ਹੈ 3 ਕਿਲੋਮੀਟਰ ਜੋ ਕਿ ਉਸ ਤੋਂ ਦੂਰ ਸਕੂਲ ਪੈਂਦਾ ਸੀ, ਉਹ ਟਰਾਈਸਾਈਕਲ ਦੇ ਉੱਤੇ ਜਿਹੜਾ ਹੈ ਸਕੂਲ ਜਾਂਦੀ ਸੀ। ਉਹ ਖਰਾਬ ਮੌਸਮ ਦੀ ਵੀ ਪਰਵਾਹ ਨਹੀਂ ਸੀ ਕਰਦੀ, ਕਿਉਂਕਿ ਉਸ ਨੂੰ ਪਤਾ ਸੀ ਕਿ ਸਕੂਲ ਵਿੱਚ ਹਰ ਜਮਾਤ ਦੇ ਉਸ ਵਿਦਿਆਰਥੀ ਨੂੰ ਇਨਾਮ ਦਿੱਤਾ ਜਾਂਦਾ ਸੀ ਜਿਸ ਦੀ ਹਾਜ਼ਰੀ ਸਭ ਤੋਂ ਵੱਧ ਹੋਵੇ। ਯਾਨੀ ਕਿ ਉਹ ਜਿਹੜਾ ਹੈ ਸਾਲਾਨਾ ਜਦੋਂ ਸਮਾਗਮ ਪ੍ਰੋਗਰਾਮ ਹੁੰਦਾ ਹੈ ਤਾਂ ਇਹ ਜਿਹੜਾ ਹੈ ਉਸ ਨੂੰ ਪਤਾ ਸੀ ਕਿ ਜਿਸ ਦੀ ਹਾਜ਼ਰੀ ਪੂਰੀ ਹੋਵੇ ਉਸ ਨੂੰ ਇਨਾਮ ਦਿੱਤਾ ਜਾਂਦਾ ਹੈ। ਇਸ ਲਈ ਉਹ ਜਿਹੜਾ ਹੈ ਕਦੇ ਵੀ ਛੁੱਟੀ ਨਹੀਂ ਸੀ ਕਰਦੀ, ਯਾਨੀ ਕਿ ਕਦੇ ਵੀ ਸਕੂਲ ਤੋਂ ਗੈਰ ਹਾਜ਼ਰ ਨਹੀਂ ਸੀ ਹੁੰਦੀ। ਮੀਂਹ ਪੈਣ ਕਾਰਨ ਉਹਨਾਂ ਦੀ ਜਮਾਤ ਦੇ ਕਮਰੇ ਦੇ ਬਾਹਰ ਘਾਹ ਬਹੁਤ ਵੱਡਾ ਹੋ ਗਿਆ ਸੀ। ਇੱਕ ਦਿਨ ਉਹਨਾਂ ਦੀ ਜਮਾਤ ਦੇ ਕਮਰੇ ਵਿੱਚ ਰਾਹੁਲ ਨੇ ਆਪਣੇ ਬੈਂਚ ਦੀ ਲੱਤ ਨਾਲ ਇੱਕ ਸੱਪ ਲਿਪਟਿਆ ਦੇਖਿਆ ਅਤੇ ਉਹ ਬਹੁਤ ਘਬਰਾ ਗਿਆ। ਉਸ ਨੇ ਸੱਪ ਦਾ ਰੌਲਾ ਪਾ ਦਿੱਤਾ ਅਤੇ ਸਾਰੇ ਵਿਦਿਆਰਥੀ ਰੌਲਾ ਪਾਉਂਦੇ ਹੋਏ ਕਮਰੇ ਤੋਂ ਬਾਹਰ ਭੱਜਣ ਲੱਗੇ। ਯਾਨੀ ਕਿ ਜਦੋਂ ਮੀਂਹ ਪੈਣ ਕਾਰਨ ਉੱਥੇ ਜਿਹੜਾ ਘਾਹ ਵੱਡਾ ਹੋ ਚੁੱਕਿਆ ਸੀ, ਤਾਂ ਉੱਥੇ ਜਿਹੜਾ ਹੈ ਘਾਹ ਦੇ ਕਾਰਨ ਇੱਕ ਸੱਪ ਜਿਹੜਾ ਹੈ ਜਮਾਤ ਦੇ ਕਮਰੇ ਦੇ ਵਿੱਚ ਆ ਗਿਆ ਅਤੇ ਰਾਹੁਲ ਨੇ ਜਿਹੜਾ ਹੈ ਸੱਪ ਨੂੰ ਬੈਂਚ ਦੀ ਲੱਤ ਦੇ ਨਾਲ ਚਿਪਕਿਆ ਹੋਇਆ ਦੇਖਿਆ ਤਾਂ ਉਸਨੇ ਰੌਲਾ ਪਾ ਦਿੱਤਾ, ਜਿਸ ਕਾਰਨ ਸਾਰੇ ਜਮਾਤੀ ਕਮਰੇ ਤੋਂ ਬਾਹਰ ਭੱਜਣ ਲੱਗੇ। ਅਸਲ ਵਿੱਚ ਸੱਪ ਬਾਹਰਲੇ ਘਾਹ ਵਿੱਚੋਂ ਕੰਧ ਉੱਤੋਂ ਚੜ੍ਹ ਕੇ ਬਾਰੀ ਰਾਹੀਂ ਕਮਰੇ ਵਿੱਚ ਆ ਗਿਆ ਸੀ। ਵਿਦਿਆਰਥੀਆਂ ਦੀ ਹਾਲ ਦੁਆਈ ਕਾਰਨ ਉਹ ਘਬਰਾ ਗਿਆ। ਰਜਨੀ ਲਈ ਇੱਕਦਮ ਬਾਹਰ ਨਿਕਲਣਾ ਔਖਾ ਸੀ, ਕਿਉਂਕਿ ਉਹ ਅਪਾਹਜ ਸੀ। ਬਾਕੀ ਜਿਹੜੇ ਸਨ ਸਾਰੇ ਵਿਦਿਆਰਥੀ ਬਾਹਰ ਨਿਕਲ ਗਏ ਸਨ ਅਤੇ ਰਜਨੀ ਲਈ ਜਿਹੜਾ ਬਾਹਰ ਇੱਕਦਮ ਨਿਕਲਣਾ ਬਹੁਤ ਔਖਾ ਸੀ। ਸੱਪ 3 ਫੁੱਟ ਲੰਮਾ ਸੀ ਅਤੇ ਇੱਧਰ ਉੱਧਰ ਦੌੜਨ ਲੱਗਾ, ਪਰੰਤੂ ਉਸ ਨੂੰ ਛੁਪਣ ਲਈ ਕੋਈ ਖੁੱਡ ਵਗੈਰਾ ਨਾ ਮਿਲੀ। ਖੁੱਡ ਦਾ ਅਰਥ ਹੈ ਕਿ ਕੋਈ ਸੁਰੰਗ, ਯਾਨੀ ਕਿ ਕਮਰਾ ਜਿਹੜਾ ਹੈ ਪੱਕਾ ਸੀ, ਇਸ ਲਈ ਉਸ ਨੂੰ ਜਿਹੜਾ ਹੈ ਕੋਈ ਖੁੱਡ ਨਾ ਲੱਭੀ। ਰਜਨੀ ਨੇ ਦਿਮਾਗ ਤੋਂ ਕੰਮ ਲਿਆ। ਉਸ ਨੇ ਆਪਣਾ ਅਤੇ ਆਪਣੀ ਸਹੇਲੀ ਪੂਜਾ ਦਾ ਬੈਗ ਖਾਲੀ ਕਰਕੇ ਦੋਵੇਂ ਬੈਗ ਥੋੜ੍ਹੇ ਫਰਕ ਨਾਲ ਫਰਸ਼ ਦੇ ਉੱਤੇ ਸੁੱਟ ਦਿੱਤੇ। ਯਾਨੀ ਕਿ ਉਸਨੇ ਆਪਣਾ ਅਤੇ ਪੂਜਾ ਦਾ ਬੈਗ ਥੋੜ੍ਹਾ ਦੂਰ ਜਿਹੜਾ ਹੈ ਖਾਲੀ ਕਰਕੇ ਫਰਸ਼ ਦੇ ਉੱਤੇ ਸੁੱਟ ਦਿੱਤਾ। ਉਸ ਦੀ ਵਿਉਂਤ ਕੰਮ ਕਰ ਗਈ। ਵਿਉਂਤ ਦਾ ਅਰਥ ਹੈ ਕਿ ਉਸ ਦਾ ਜਿਹੜਾ ਆਈਡੀਆ ਸੀ, ਉਸ ਦੇ ਮਨ ਦੇ ਵਿੱਚ ਜਿਹੜਾ ਤਰੀਕਾ ਲੱਭਾ ਸੱਪ ਨੂੰ ਫੜਨ ਦਾ, ਉਹ ਜਿਹੜਾ ਹੈ ਕੰਮ ਕਰ ਗਿਆ ਅਤੇ ਸੱਪ ਇੱਕ ਬੈਗ ਵਿੱਚ ਵੜ ਗਿਆ। ਰਜਨੀ ਨੇ ਫੁਰਤੀ ਨਾਲ ਉੱਠ ਕੇ ਦੋਹਾਂ ਹੱਥਾਂ ਨਾਲ ਬੈਗ ਦਾ ਮੂੰਹ ਬੰਦ ਕਰ ਦਿੱਤਾ। ਯਾਨੀ ਕਿ ਫੁਰਤੀ ਦਾ ਮਤਲਬ ਹੈ ਕਿ ਉਸ ਨੇ ਜਿਹੜਾ ਹੈ ਪੂਰੀ ਹਿੰਮਤ ਦੇ ਨਾਲ ਬੈਗ ਦੇ ਜਦੋਂ ਸੱਪ ਬੈਗ ਦੇ ਵਿੱਚ ਵੜ ਗਿਆ ਤਾਂ ਉਸਨੇ ਪੂਰੀ ਹਿੰਮਤ ਦੇ ਨਾਲ ਬੈਗ ਦਾ ਮੂੰਹ ਅੱਗੋਂ ਬੰਦ ਕਰ ਦਿੱਤਾ। ਸੱਪ ਦੀ ਥੋੜ੍ਹੀ ਜਿਹੀ ਪੂੰਛ ਬਾਹਰ ਦਿਖਾਈ ਦੇ ਰਹੀ ਸੀ। ਬਾਹਰ ਖੜ੍ਹੀ ਪੂਜਾ ਅਤੇ ਹੋਰ ਵਿਦਿਆਰਥੀ ਉਸ ਨੂੰ ਬੈਗ ਛੱਡ ਕੇ ਬਾਹਰ ਆਉਣ ਲਈ ਕਹਿ ਰਹੇ ਸਨ, ਪਰੰਤੂ ਰਜਨੀ ਨੇ ਬੈਗ ਦਾ ਮੂੰਹ ਘੁੱਟ ਕੇ ਬੰਦ ਕੀਤਾ ਹੋਇਆ ਸੀ। ਸੇਵਾਦਾਰ ਪ੍ਰਾਣਨਾਥ, ਯਾਨੀ ਕਿ ਉੱਥੇ ਦਾ ਜਿਹੜਾ ਨੌਕਰ ਸੀ, ਉਸ ਨੂੰ ਮੁੱਲ ਨਾ ਲੈਣ ਲਈ
ਖਤਰਾ ਮੁੱਲ ਨਾ ਲੈਣ ਲਈ ਕਹਿ ਰਿਹਾ ਸੀ ਤੇ ਉਸ ਨੂੰ ਡਰ ਸੀ ਕਿ ਸੱਪ ਉਸ ਨੂੰ ਡੰਗ ਮਾਰ ਦੇਵੇਗਾ, ਯਾਨੀ ਕਿ ਉਸ ਨੂੰ ਇਹ ਸੀ ਕਿ ਉਹ ਬੈਗ ਨੂੰ ਛੱਡ ਦੇਵੇ, ਕਿਤੇ ਸੱਪ ਉਸ ਨੂੰ ਡੰਗ ਨਾ ਮਾਰ ਦੇਵੇ। ਸੱਪ ਬੈਗ ਵਿੱਚ ਫੁਨਕਾਰੇ ਮਾਰ ਰਿਹਾ ਸੀ। ਫੁਨਕਾਰੇ ਮਾਰਨ ਦਾ ਮਤਲਬ ਹੈ ਕਿ ਆਪਣੇ ਆਪ ਨੂੰ ਬਚਾਉਣ ਲਈ ਜਿਹੜਾ ਹੈ ਉਹ ਯਤਨ ਕਰ ਰਿਹਾ ਸੀ, ਪਰੰਤੂ ਰਜਨੀ ਬਿਲਕੁਲ ਨਹੀਂ ਸੀ ਡਰ ਰਹੀ। ਇੰਨੇ ਨੂੰ ਪ੍ਰਿੰਸੀਪਲ ਸਾਹਿਬ, ਅਧਿਆਪਕ ਤੇ ਹੋਰ ਕਰਮਚਾਰੀ ਵੀ ਉੱਥੇ ਪਹੁੰਚ ਗਏ। ਚੌਕੀਦਾਰ ਨੇ ਸੱਪ ਨੂੰ ਜਲਦੀ ਮਾਰ ਦੇਣ ਲਈ ਕਿਹਾ, ਪਰੰਤੂ ਰਜਨੀ ਨੇ ਕਿਹਾ ਕਿ ਸੱਪ ਨੂੰ ਮਾਰਨਾ ਨਹੀਂ, ਇਸ ਨੂੰ ਬੈਗ ਵਿੱਚ ਪਏ ਨੂੰ ਚਿੜੀਆ ਘਰ ਵਾਲਿਆਂ ਨੂੰ ਦੇ ਦੇਣਾ ਹੈ। ਯਾਨੀ ਕਿ ਜਦੋਂ ਉਸ ਨੂੰ ਬਾਕੀ ਲੋਕਾਂ ਨੇ ਸੱਪ ਨੂੰ ਮਾਰਨ ਦੀ ਗੱਲ ਕਹੀ ਤਾਂ ਰਜਨੀ ਨੂੰ ਇਹ ਗੱਲ ਬਿਲਕੁਲ ਵੀ ਪਸੰਦ ਨਾ ਆਈ, ਤਾਂ ਉਸ ਨੇ ਜਿਹੜਾ ਹੈ ਸੱਪ ਨੂੰ ਚਿੜੀਆ ਘਰ ਵਿੱਚ ਪਹੁੰਚਾਉਣ ਦਾ ਯਤਨ ਕੀਤਾ। ਪ੍ਰਿੰਸੀਪਲ ਸਾਹਿਬ ਨੂੰ ਰਜਨੀ ਦੀ ਤਜਵੀਜ਼ ਬਹੁਤ ਪਸੰਦ ਆਈ, ਯਾਨੀ ਕਿ ਉਸ ਦੀ ਜਿਹੜੀ ਸੋਚ ਸੀ ਜਾਨਵਰਾਂ ਪ੍ਰਤੀ ਉਹ ਪ੍ਰਿੰਸੀਪਲ ਸਾਹਿਬ ਨੂੰ ਬਹੁਤ ਪਸੰਦ ਆਈ। ਪ੍ਰਾਣਨਾਥ ਨੇ ਰਜਨੀ ਕੋਲੋਂ ਬੈਗ ਫੜ ਕੇ ਉਸ ਦਾ ਮੂੰਹ ਰੱਸੀ ਨਾਲ ਘੁੱਟ ਕੇ ਬੰਨ੍ਹ ਦਿੱਤਾ। ਫਿਰ ਉਹ ਤੇ ਇੱਕ ਹੋਰ ਆਦਮੀ ਸੱਪ ਨੂੰ ਚਿੜੀਆ ਘਰ ਵਿੱਚ ਦੇਣ ਲਈ ਚਲੇ ਗਏ। ਜਦੋਂ ਚਿੜੀਆ ਘਰ ਦੇ ਵੱਡੇ ਅਫਸਰ ਨੂੰ ਇਹ ਗੱਲ ਦਾ ਪਤਾ ਲੱਗਾ ਤਾਂ ਉਹ ਪੋਲੀਓ ਦੀ ਸ਼ਿਕਾਰ ਰਜਨੀ ਦੀ ਬਹਾਦਰੀ ਤੋਂ ਬਹੁਤ ਪ੍ਰਭਾਵਿਤ ਹੋਇਆ, ਤਾਂ ਉਸ ਨੇ ਉਸ ਦੇ ਜੀਵ ਜੰਤੂਆਂ ਲਈ ਪਿਆਰ ਦੀ ਜਿਹੜੀ ਪ੍ਰਸ਼ੰਸਾ ਹੈ ਉਸ ਨੂੰ ਪੇਸ਼ ਕੀਤਾ। ਯਾਨੀ ਕਿ ਜਦੋਂ ਉਹ ਪ੍ਰਾਣਨਾਥ ਅਤੇ ਇੱਕ ਹੋਰ ਜਿਹੜਾ ਕਰਮਚਾਰੀ ਹੈ ਸੱਪ ਨੂੰ ਦੇਣ ਲਈ ਚਿੜੀਆ ਘਰ ਵਿੱਚ ਗਏ ਤਾਂ ਉੱਥੇ ਉਹਨਾਂ ਨੇ ਦੱਸਿਆ ਕਿ ਜਿਹੜੀ ਹੈ ਰਜਨੀ ਜੋ ਕਿ ਪੋਲੀਓ ਦੀ ਸ਼ਿਕਾਰ ਹੈ ਉਸ ਨੇ ਹਿੰਮਤ ਕਰਕੇ ਇਸ ਸੱਪ ਨੂੰ ਫੜਿਆ ਹੈ ਅਤੇ ਇਸ ਨੂੰ ਨਾ ਮਾਰ ਕੇ ਜਿਹੜਾ ਹੈ ਚਿੜੀਆ ਘਰ ਵਿੱਚ ਪਹੁੰਚਾਉਣ ਦੀ ਗੱਲ ਕੀਤੀ ਹੈ। ਤਾਂ ਜਿਹੜਾ ਚਿੜੀਆ ਘਰ ਦਾ ਅਫਸਰ ਸੀ ਉਹ ਕਾਫੀ ਉਸ ਦੀ ਗੱਲ ਤੋਂ ਪ੍ਰਭਾਵਿਤ ਹੋਇਆ। ਜਦੋਂ ਸਕੂਲ ਦਾ ਸਾਲਾਨਾ ਸਮਾਗਮ ਹੋਇਆ ਤਾਂ ਚਿੜੀਆ ਘਰ ਦਾ ਅਫਸਰ ਸਕੂਲ ਵਿੱਚ ਖੁਦ ਪੁੱਜਾ ਅਤੇ ਉਸ ਨੇ ਉਸ ਨੂੰ ਸੰਬੋਧਿਤ ਕਰਦਿਆਂ ਰਜਨੀ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ। ਯਾਨੀ ਕਿ ਸਾਲਾਨਾ ਸਮਾਗਮ ਜਦੋਂ ਸਾਲ ਦੇ ਅਖੀਰ ਵਿੱਚ ਜਿਹੜਾ ਹੈ ਸਕੂਲ ਵਿੱਚ ਜਿਹੜਾ ਪ੍ਰੋਗਰਾਮ ਹੋਇਆ ਤਾਂ ਉੱਥੇ ਜਿਹੜਾ ਹੈ ਚਿੜੀਆ ਘਰ ਦਾ ਅਫਸਰ ਆਪ ਆਇਆ ਅਤੇ ਉਸ ਨੇ ਰਜਨੀ ਨੂੰ ਸੰਬੋਧਿਤ ਕਰਦਿਆਂ ਉਸ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ, ਜੋ ਕਿ ਅਪੰਗਤਾ ਦੇ ਬਾਵਜੂਦ ਕਿਸੇ ਕੋਲੋਂ ਘੱਟ ਨਹੀਂ ਸੀ। ਯਾਨੀ ਕਿ ਜੋ ਕਿ ਪੋਲੀਓ ਦੀ ਸ਼ਿਕਾਰ ਸੀ ਪਰ ਫਿਰ ਵੀ ਉਸਨੇ ਕਾਫੀ ਹਿੰਮਤ ਕੀਤੀ। ਸਕੂਲ ਵਿੱਚ ਉਹ ਰੋਜ਼ ਆਉਂਦੀ ਸੀ, ਕਦੇ ਗੈਰ ਹਾਜ਼ਰ ਨਹੀਂ ਸੀ, ਯਾਨੀ ਕਿ ਉਹ ਕਿਸੇ ਵੀ ਗੱਲੋਂ ਜਿਹੜਾ ਹੈ ਘੱਟ ਨਹੀਂ ਸੀ, ਕਾਫੀ ਬਹਾਦਰ ਸੀ। ਉਸ ਨੇ ਕਿਹਾ ਕਿ ਉਸ ਦਾ ਰਾਸ਼ਟਰਪਤੀ ਐਵਾਰਡ ਲਈ ਭੇਜਣ ਦੀ ਸਿਫਾਰਿਸ਼ ਕਰੇਗਾ। ਇਨਾਮ ਲੈਣ ਪਿੱਛੋਂ ਰਜਨੀ ਦੀਆਂ ਸਹੇਲੀਆਂ ਉਸ ਦੀਆਂ ਪ੍ਰਸ਼ੰਸਾ ਕਰ ਰਹੀਆਂ ਸਨ। ਰਜਨੀ ਕਹਿ ਰਹੀ ਸੀ ਕਿ ਦ੍ਰਿੜ ਨਿਸ਼ਚਾ ਹੋਵੇ ਤਾਂ ਵੱਡੇ ਤੋਂ ਵੱਡੇ ਸੰਕਟ ਉੱਤੇ ਵੀ ਆਸਾਨੀ ਨਾਲ ਕਾਬੂ ਪਾਇਆ ਜਾ ਸਕਦਾ ਹੈ। ਦ੍ਰਿੜ ਨਿਸ਼ਚਾ ਯਾਨੀ ਕਿ ਜੇਕਰ ਸਾਡੀ ਸੋਚ ਪੱਕੀ ਹੈ ਕਿਸੇ ਚੀਜ਼ ਨੂੰ ਪਾਉਣ ਲਈ ਤਾਂ ਜਿਹੜਾ ਹੈ ਵੱਡੀ ਤੋਂ ਵੱਡੀ ਵੀ ਮੁਸੀਬਤ ਕਿਉਂ ਨਾ ਆ ਜਾਵੇ ਅਸੀਂ ਉਸ 'ਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ। ਉਸ ਦੇ ਜਮਾਤੀ ਤਾੜੀਆਂ ਮਾਰ ਕੇ ਰਜਨੀ ਜਿੰਦਾਬਾਦ ਆਖ ਰਹੇ ਸਨ। ਇੰਨੇ ਨੂੰ ਉਸ ਦੇ ਮੰਮੀ ਪਾਪਾ ਆ ਗਏ ਅਤੇ ਉਹਨਾਂ ਨੇ ਆਪਣੀ ਗਲਵੱਕੜੀ ਵਿੱਚ ਲੈ ਲਿਆ। ਯਾਨੀ ਕਿ ਉਸ ਦੇ ਮੰਮੀ ਪਾਪਾ ਆਏ ਤਾਂ ਉਹਨਾਂ ਨੇ ਆਪਣੇ ਜਿਹੜਾ ਹੈ ਗਲੇ ਦੇ ਗਲਵੱਕੜੀ ਮਤਲਬ ਆਪਣੀਆਂ ਬਾਹਾਂ ਵਿੱਚ ਲੈ ਕੇ ਗਲੇ ਨਾਲ ਲਾ ਲਿਆ। ਇਸ ਸਮੇਂ ਉਸ ਨੂੰ ਆਪਣੀਆਂ ਲੱਤਾਂ ਵਿੱਚ ਦੁੱਗਣੀ ਤਾਕਤ ਆ ਗਈ ਪ੍ਰਤੀਤ ਹੋ ਰਹੀ ਸੀ। ਯਾਨੀ ਕਿ ਇਸ ਤਰ੍ਹਾਂ ਜਿਹੜਾ ਹੈ ਉਸ ਨੂੰ ਜਿਹੜਾ ਹੈ ਕਾਫੀ ਹਿੰਮਤ ਜਿਹੜੀ ਹੈ ਮਿਲੀ। ਉਸ ਨੂੰ ਇੰਝ ਲੱਗ ਰਿਹਾ ਸੀ ਕਿ ਉਸ ਦੀਆਂ ਜਿਹੜੀਆਂ ਨਕਾਰਾਂ ਲੱਤਾਂ ਸਨ ਉਹਨਾਂ ਵਿੱਚ ਹਿੰਮਤ ਆ ਗਈ ਹੈ। ਤਾਂ ਇਸ ਕਹਾਣੀ ਦੇ ਵਿੱਚ ਜਿਹੜਾ ਹੈ ਮੁੱਖ ਉਦੇਸ਼ੋ ਇਹੀ ਸਾਡੇ ਸਾਹਮਣੇ ਹੈ ਕਿ ਜਿਹੜੀ 11-12 ਸਾਲ ਦੀ ਕੁੜੀ ਹੈ, ਅਪੰਗ ਕੁੜੀ ਹੈ, ਉਸ ਦੀ ਜਿਹੜੀ ਪੜ੍ਹਾਈ ਵਿੱਚ ਵੀ ਲਗਨ ਹੈ, ਹਾਜ਼ਰ ਦਿਮਾਗੀ ਵੀ ਹੈ, ਸੂਝ-ਬੂਝ ਦੀ ਹੈ, ਦਲੇਰੀ ਹੈ ਅਤੇ ਜੀਵ ਜੰਤੂਆਂ ਦੇ ਜਿਹੜੇ ਪਿਆਰ ਕਰਦੀ ਹੈ, ਆਲੇ ਦੁਆਲੇ ਵਿੱਚ ਪ੍ਰਾਪਤ ਕੀਤੀ ਪ੍ਰਸ਼ੰਸਾ ਅਤੇ ਸਨਮਾਨ ਨੂੰ ਜਿਹੜਾ ਹੈ ਦਰਸਾ ਕੇ ਬੱਚਿਆਂ ਦੇ ਮਨ ਵਿੱਚ ਜਿਹੜੀ ਹੈ ਲਗਨ ਅਤੇ ਉਤਸ਼ਾਹ ਨਾਲ ਪੜ੍ਹਾਈ ਕਰਨ, ਹਾਜ਼ਰ ਦਿਮਾਗੀ ਅਤੇ ਦਲੇਰੀ ਤੋਂ ਕੰਮ ਲੈਣ ਦੀ ਜਿਹੜੀ ਜੀਵ ਜੰਤੂਆਂ ਨੂੰ ਆਪਣੇ ਦੁਸ਼ਮਣ ਨੂੰ ਨਾ ਸਮਝ ਕੇ ਆਲੇ ਦੁਆਲੇ ਦਾ ਜਿਹੜਾ ਹੈ ਸਨਮਾਨ ਦੇ ਪਾਤਰ ਬਣਨ ਦੀ ਜਿਹੜੀ ਹੈ ਪ੍ਰੇਰਨਾ ਕੀਤੀ ਗਈ ਹੈ।